ਵੈਰੀ ਗੁੱਡ ਮਾਰਨਿੰਗ ਸਟੂਡੈਂਟਸ। ਸਾਡਾ ਟੌਪਿਕ ਚੱਲ ਰਿਹਾ ਸੀਗਾ ਫਸਲ ਉਤਪਾਦਨ ਅਤੇ ਇਸ ਦੇ ਪ੍ਰਬੰਧਨ। ਅਸੀਂ ਇਸ ਵਿੱਚ ਪੜ੍ਹ ਚੁੱਕੇ ਹਾਂ ਖੇਤੀਬਾੜੀ ਬਾਰੇ, ਫਸਲ ਬਾਰੇ ਅਤੇ ਫਸਲ ਦੀਆਂ ਕਿਸਮਾਂ ਬਾਰੇ। ਅੱਜ ਅਸੀਂ ਕਰਨੇ ਜਾ ਰਹੇ ਹਾਂ ਖੇਤੀਬਾੜੀ ਪੱਧਤੀਆਂ, ਐਗਰੀਕਲਚਰ ਪ੍ਰੈਕਟਿਸਿਸ। ਜਦੋਂ ਕਿਸਾਨ ਆਪਣੀ ਖੇਤ ਵਿੱਚ ਫਸਲ ਬੀਜਦਾ ਹੈ ਉਸ ਨੂੰ ਬਹੁਤ ਸਾਰੇ ਕਾਰਜ ਕਰਨੇ ਪੈਂਦੇ ਆ। ਉਹ ਇੱਕ ਕਾਰਜ ਬਾਰੇ ਅੱਜ ਅਸੀਂ ਪੜ੍ਹਾਂਗੇ, ਉਸ ਨੂੰ ਅੱਛੇ ਤਰੀਕੇ ਨਾਲ ਡਿਸਕਸ ਕਰਾਂਗੇ। ਇਹਨਾਂ ਕਾਰਜਾਂ ਵਿੱਚੋਂ ਸਭ ਤੋਂ ਪਹਿਲਾ ਕਾਰਜ ਹੁੰਦਾ ਹੈ ਖੇਤੀ ਜਾਂ ਭੂਮੀ ਦੀ ਤਿਆਰੀ, ਪ੍ਰੈਪਰੇਸ਼ਨ ਆਫ ਸੋਇਲ। ਪ੍ਰੈਪਰੇਸ਼ਨ ਦਾ ਮਤਲਬ ਹੁੰਦਾ ਤਿਆਰੀ, ਫਸਲ ਬੀਜਣ ਤੋਂ ਪਹਿਲਾਂ ਤਿਆਰੀ ਕਰਨਾ। ਇਸ ਤੋਂ ਪਹਿਲੀ ਤਿਆਰੀ ਹੁੰਦੀ ਹੈ ਮਿੱਟੀ ਨੂੰ ਪੋਲਾ ਕਰਨਾ। ਇੱਕ ਬਹੁਤ ਹੀ ਮਹੱਤਵਪੂਰਨ ਕਾਰਜ ਹੈ। ਜਦੋਂ ਮਿੱਟੀ ਪੋਲੀ ਹੋ ਜਾਂਦੀ ਹੈ ਉਸ ਵਿੱਚ ਫਸਲ ਦੀਆਂ ਜੜ੍ਹਾਂ ਆਸਾਨੀ ਨਾਲ ਧੱਸ ਜਾਂਦੀਆਂ ਹਨ। ਇਸ ਨਾਲ ਗੈਸਾਂ ਦਾ ਵਟਾਂਦਰਾ ਆਸਾਨੀ ਨਾਲ ਹੋ ਸਕਦਾ ਹੈ, ਜਿਸ ਨਾਲ ਜੜ੍ਹਾਂ ਆਸਾਨੀ ਨਾਲ ਸਾਹ ਲੈ ਸਕਦੀਆਂ ਹਨ। ਇਸ ਦਾ ਇੱਕ ਹੋਰ ਵੀ ਲਾਭ ਹੈ, ਇਸ ਵਿੱਚ ਸੂਖਮ ਜੀਵ ਆਸਾਨੀ ਨਾਲ ਰਹਿ ਸਕਦੇ ਹਨ ਜੋ ਪੌਦਿਆਂ ਨੂੰ ਵਿਸ਼ੇਸ਼ ਪੋਸ਼ਕ ਤੱਤ ਪ੍ਰਦਾਨ ਕਰਦੇ ਹਨ। ਇਸ ਨਾਲ ਇਹ ਹੁੰਦਾ ਹੈ ਕਿ ਸੂਖਮ ਜੀਵ ਜਿਹੜੇ ਹੁੰਦੇ ਹਨ ਉਹ ਵਿਅਰਥ ਪਦਾਰਥ ਨੂੰ ਅਪਘਟਨ ਕਰਕੇ ਮੱਲੜ ਵਿੱਚ ਬਦਲ ਦਿੰਦੇ ਹਨ। ਮੱਲੜ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਪੌਦਿਆਂ ਦੇ ਲਈ, ਪੋਸ਼ਕ ਤੱਤਾਂ ਦੇ ਨਾਲ ਭਰਪੂਰ ਹੁੰਦਾ ਹੈ ਮੱਲੜ। ਉਹ ਆਸਾਨੀ ਨਾਲ ਪੌਦਿਆਂ ਨੂੰ ਮਿਲ ਜਾਂਦਾ ਹੈ ਇਹਨਾਂ ਸੂਖਮ ਜੀਵਾਂ ਦੇ ਕਰਕੇ। ਮਿੱਟੀ ਨੂੰ ਪੋਲਾ ਕਰਨ ਦੀ ਵਿਧੀ ਨੂੰ ਹਲ ਵਾਹੁਣਾ ਵੀ ਕਹਿੰਦੇ ਹਨ। ਮਿੱਟੀ ਨੂੰ ਪੋਲਾ ਕਰਨ ਦੀ ਵਿਧੀ ਨੂੰ ਹਲ ਵਾਹੁਣਾ ਕਹਿੰਦੇ ਹਨ, ਜਿਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਪਲੋਇੰਗ ਜਾਂ ਟਿਲਿੰਗ ਕਹਿੰਦੇ ਹਨ। The process of softening the soil is called tilling or plowing। ਜਦੋਂ ਕਿਸਾਨ ਮਿੱਟੀ ਨੂੰ ਪੋਲਾ ਕਰਦਾ ਉਹ ਬਹੁਤ ਸਾਰੇ ਔਜ਼ਾਰਾਂ ਦੀ ਵਰਤੋਂ ਕਰਦਾ, ਜਿਵੇਂ ਹਲ, ਕਰੰਡੀ, ਸੁਹਾਗਾ। ਹਲ ਨੂੰ ਪਲੋ ਕਹਿੰਦੇ ਆ ਅੰਗਰੇਜ਼ੀ ਭਾਸ਼ਾ ਵਿੱਚ, ਕਰੰਡੀ ਹੋਈ, ਸੁਹਾਗਾ ਕਲਟੀਵੇਟਰ। ਕਲਟੀਵੇਟਰ ਲੈਵਲਰ, ਜਿਹੜੀ ਅਸਮਤਲ ਜ਼ਮੀਨ ਆ ਉਹਨੂੰ ਲੈਵਲ ਕਰਨਾ। ਹਲ ਸਿਰਫ ਮਿੱਟੀ ਨੂੰ ਪੋਲਾ ਹੀ ਨਹੀਂ ਕਰਦਾ, ਇਹ ਖਾਦ ਪਾਉਣੇ ਵਿੱਚ ਵੀ ਕੰਮ ਆਉਂਦਾ ਹੈ। ਨਦੀਨਾ, ਜਿਹੜੇ ਅਣਚਾਹੇ ਪੌਦੇ ਹੁੰਦੇ ਆ ਉਹਨਾਂ ਦੇ ਖਾਤਮੇ ਲਈ ਵੀ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਕਰੰਡੀ। ਸੁਹਾਗਾ ਨੂੰ ਅਸੀਂ ਟਰੈਕਟਰ ਦੀ ਸਹਾਇਤਾ ਨਾਲ ਜਿਹੜੀ ਅਸਮਤਲ ਜ਼ਮੀਨ ਹੁੰਦੀ ਹੈ ਸਾਡੀ ਉਹਨੂੰ ਲੈਵਲ ਕਰਦੇ ਹਾਂ ਟਰੈਕਟਰ ਦੀ ਸਹਾਇਤਾ ਨਾਲ। ਟਰੈਕਟਰ ਦੇ ਪਿੱਛੇ ਸੁਹਾਗਾ ਲਾ ਲੈਂਦੇ ਆ, ਉਹਦੇ ਨਾਲ ਜਿਹੜੀ ਅਸਮਤਲ ਜ਼ਮੀਨ ਹੁੰਦੀ ਆ ਉਹਨੂੰ ਸਮਤਲ ਕਰ ਦਿੰਦੇ, ਲੈਵਲ ਵਿੱਚ ਲੈ ਆਉਂਦੇ ਪੂਰਾ। ਕਿਸਾਨ ਜਿਹੜਾ ਅਗਲਾ ਕਾਰਜ ਕਰਦਾ ਆ, ਇਸ ਤੋਂ ਅਗਲਾ ਭੂਮੀ ਦੀ ਤਿਆਰੀ ਕਰਕੇ ਇਸ ਤੋਂ ਅਗਲਾ ਜਿਹੜਾ ਉਹਦਾ ਕਾਰਜ ਹੁੰਦਾ ਆ ਉਹ ਹੁੰਦਾ ਬੀਜ ਬੀਜਣਾ। ਬੀਜ ਬੀਜਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਉਹ ਚੰਗੇ ਬੀਜਾਂ ਦੀ ਚੋਣ ਕਰਦਾ। ਹੁਣ ਚੰਗੇ ਬੀਜਾਂ ਦੀ ਚੋਣ ਕਰਨ ਲਈ ਕੁਛ ਨਾ ਕੁਛ ਤਾਂ ਕਰਨਾ ਪਊਗਾ ਹੀ। ਜੇ ਮੰਨ ਲਓ ਕਿ ਅਸੀਂ ਕਣਕ ਲੈਂਦੇ ਹਾਂ, ਕਣਕ ਦੇ ਚੰਗੇ ਬੀਜਾਂ ਦੀ ਚੋਣ ਕਰਨੀ ਆ। ਇੱਕ ਮੁੱਠ ਕਣਕ ਦੇ ਬੀਜਾਂ ਦੀ ਚੁੱਕਾਂਗੇ, ਉਸ ਨੂੰ 1 ਗਲਾਸ ਪਾਣੀ ਵਿੱਚ ਸਿੱਟ ਦਿੰਦੇ ਆ। ਕੁਝ ਜਿਹੜੇ ਖਰਾਬ ਬੀਜ ਹੁੰਦੇ ਆ ਉਹ ਉੱਪਰ ਆ ਜਾਂਦੇ ਆ, ਜਿਹੜੇ ਚੰਗੇ ਬੀਜ ਹੁੰਦੇ ਆ ਉਹ ਪਾਣੀ ਦੇ ਹੇਠਾਂ ਹੀ ਰਹਿ ਜਾਂਦੇ ਆ। ਇੱਦਾਂ ਅਸੀਂ ਤੈਅ ਕਰ ਸਕਦੇ ਹਾਂ ਕਿ ਕਿਹੜੇ ਬੀਜ ਚੰਗੇ ਆ, ਕਿਹੜੇ ਬੀਜ ਮਾੜੇ ਆ। ਅੱਛਾ, ਜਦੋਂ ਅਸੀਂ ਬੀਜ ਬੀਜਦੇ ਹਾਂ, ਅੱਛਾ ਸੌਰੀ ਮੇਰੇ ਕੋਲ ਇੱਕ ਰਹਿ ਗਿਆ ਕਿ ਅੰਗਰੇਜ਼ੀ ਭਾਸ਼ਾ ਵਿੱਚ ਇਸ ਨੂੰ ਸੋਇੰਗ ਕਹਿੰਦੇ ਆ। ਜਿਹੜਾ ਸੋਇੰਗ ਆ, ਬਿਜਾਈ ਜਿਸ ਨੂੰ ਕਹਿੰਦੇ ਆ, ਬਿਜਾਈ ਜਿਹੜੀ ਆ ਪਰੰਪਰਾਗਤ ਇੱਕ ਔਜ਼ਾਰ ਨਾਲ ਕਰਦੇ ਆ। ਉਹ ਇੱਕ ਕੀਫ ਦੀ ਤਰ੍ਹਾਂ ਹੁੰਦਾ, ਉਸ ਵਿੱਚ ਅਸੀਂ ਕੋਈ ਵੀ ਬੀਜ ਜਿਹੜੇ ਪਾਉਂਦੇ ਆ ਉਹ ਖੇਤ ਵਿੱਚ ਹੌਲੀ ਹੌਲੀ ਲੱਗਦੇ ਰਹਿੰਦੇ। ਇੱਕ ਮੈਂ ਫੋਟੋ ਇਹਦੀ ਦਿਖਾ ਦਿੰਦਾ ਆ ਵੀ ਕਿਸ ਤਰ੍ਹਾਂ ਅਸੀਂ ਬਿਜਾਈ ਕਰਦੇ ਆ। ਇੱਕ ਫੋਟੋ ਲੈਣੀ ਇਸ ਤੋਂ ਬਾਅਦ। ਬੀਜ ਬੀਜਣ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਸੋਇੰਗ ਕਹਿੰਦੇ ਹਨ।
SOWING। बीज बीजण लई किसान एक परंपरागत औजार की वरतों करता, जिन्हों असीं ट्रेडिशनल टूल कहते हैं। इस टूल विच ये टूल एक कीफ की तरह हुंदा है। ये कीफ विच किसान दाने या सीड पाउंदा है। वो जिहड़े दाने आ फसल के दाने, वो हौली हौली एक पाइप के राही थल्ले आउंदे आ ते खेत विच बीजे जांदे आ। ते दूजा हुंदा है एक बीज ड्रिल, जिन्हों कहने असीं सीड ड्रिल। ये ट्रैक्टर की सहायता नाल चलाई जाती है। सीड ड्रिल जिहड़ी हुंदी है ट्रैक्टर के पिछे लगा दिंदे आ बीज ड्रिल, ਉਹਦੇ ਵਿੱਚ हौली हौली बीजां नूं बीजदे आ। इसका एक सब तो फायदा यह है बीज ड्रिल का कि जिहड़े आ बीज साडे सही डुंगाई ते लगदे आ अते सही डिस्टेंस ते लगदे आ, सही दूरी ते लगदे आ। ਇਹਦੇ ਨਾਲ सही दूरी ते लगण दे नाल जिहड़ी फसल नूं जिहड़ी आ सूरज की रोशनी एक प्रॉपर तरीके नाल सही तरीके नाल मिलदी आ। जे मान लो कि साडी फसल जिहड़ी बहुत सारी इकट्ठी हो जाए, सही दूरी ते ना लगी होवे, उत्थे तां फिर सूरज की रोशनी पोषक तत्व पूरे उन्होंने मिलने नहीं हो। इस करके सही दूरी जिहड़ी फसल की जिहड़ी सही दूरी हुंदी है, जिहड़े दाने आ वो सही दूरी ते लगने चाहिए आ। वो काम करदा बीज ड्रिल। जदों किसान अपने खेत विच बीज बीज दिंदा है, उस तो उसका अगला कारज हुंदा है खाद पाउण दा। पौधों के वाधे लई जो पदार्थ पोषक तत्वां के रूप में मिट्टी विच मिलाए जाते हैं, उन्होंने खाद कहा जाता है। खाद की होंगे, एक पोषक तत्व ही होंगे जिहड़े असीं फसल नूं दिंदे हैं। द प्रोसैस ऑफ एडिंग मैन्योर टू द सॉइल इज एडिंग मैन्योर। एडिंग मैन्योर नाम तो ही क्लीयर है। द प्रोसैस ऑफ एडिंग मैन्योर और फर्टिलाइजर टू द क्रॉप्स इज कॉल्ड एडिंग मैन्योर। ये खाद पाउण का जिहड़ा काम है ये बहुत जरूरी कारज है। कई किसान इदां दे हुंदे आ कि वो अपनी फसल जिहड़ी हुंदी आ, एक फसल बीजी उस दे नाल ही अगली फसल बीज दिंदे आ। इस नाल ये हुंदा है कि जिहड़े धरती विच जमीन विच जिहड़े पोषक तत्व हुंदे आ मिट्टी दे विच, वो खत्म हुंदे रहिंदे आ लगातार फसल बीजण दे नाल। इस करके जिहड़े किसान हुंदे आ उन्हां नूं ये गल ध्यान रखनी चाहिदी आ कि लगातार जिहड़ी फसल ना बीजी जाए, उहदे विच थोड़ा जिहा टाइम गैप होवे, थोड़ा जिहा समा पा लवे 1-2 महीने। उहदे नाल की हुंदे आ पोषक तत्वां दी जिहड़ी पूर्ति हो जाती है। हुण साडी जमीन दे विच बहुत सारे सूखम जीव हुंदे आ, वो व्यर्थ पदार्थां दा अपघटन करके वो पोषक तत्व जिहड़े आ मिट्टी दे विच पा दिंदे आ। इस करके थोड़ा जिहा खेत नूं खुला रखना चाहिए फसल तो बगैर। इस तो अगला कारज हुंदा है खाद पाने तो बाद। खाद पाउण तो बाद किसान का अगला काम हुंदा है सिंचाई। हुण सानूं ये पता है कि सारे जीवां नूं पानी की बहुत लोड़ है। पानी दे नाल ही बहुत सारियां सरीरक क्रियावां हुंदियां हन। हुण सिंचाई की गल करिए, सब तो पहला इसका मतलब पता होना चाहिए। फसल नूं पानी देण दी प्रक्रिया नूं सिंचाई कहंदे हन। पानी देण दी प्रक्रिया नूं सिंचाई कहंदे हन। जे अंग्रेजी भाषा की गल करिए, प्रोसैस ऑफ गिविंग वाटर टू द क्रॉप्स इज कॉल्ड इरीगेशन। एक बहुत ही महत्वपूर्ण कारज है। जदों असी खेत नूं पानी दे दिंदे हन, पानी एक तां फसल नूं ठंडियां ते गर्म हवावां तो बचाउंदा है। हुण असी पहला गल कीती सी, असी खेत नूं खाद पाने का काम कीता। हुण खाद विच जिन्ने भी पोषक तत्व हुंदे हन, वो सब तो पहला उसनूं पानी सोकदा है। हुण पानी नूं फसल दीयां जड़ां सोकदियां हन। इस तरह जिन्ने भी पोषक तत्व हुंदे हन वो सारे पौधे नूं मिल जांदे हन। हुण असीं देखिया होना कि किसान जिहड़ा गर्मियां विच पानी सब तो ज़्यादा दिंदा,
ਹੁਣ ਗਰਮੀ ਦਾ ਕਾਰਨ ਇਹ ਆ ਕਿ ਗਰਮੀ ਦੇ ਸਮੇਂ ਫਸਲ ਵਿੱਚੋਂ ਵਾਸ਼ਪੀਕਰਨ ਵੀ ਜ਼ਿਆਦਾ ਹੁੰਦੀ ਹੈ। ਹੁਣ ਵਾਸ਼ਪੀਕਰਨ ਕੀ ਹੁੰਦਾ? ਟਰਾਂਸਪੀਰੇਸ਼ਨ। ਜਦੋਂ ਪੌਦਾ ਲਗਾਤਾਰ ਵਾਯੂਮੰਡਲ ਵਿੱਚ ਪਾਣੀ ਛੱਡਦਾ ਹੈ ਪੱਤਿਆਂ ਦੁਆਰਾ, ਉਸ ਨੂੰ ਅਸੀਂ ਕਹਿੰਦੇ ਹਾਂ ਵਾਸ਼ਪੀਕਰਨ। ਇਸ ਕਰਕੇ ਵਾਸ਼ਪੀਕਰਨ ਜ਼ਿਆਦਾ ਹੁੰਦਾ ਹੈ ਅਤੇ ਗਰਮੀਆਂ ਵਿੱਚ ਕਿਸਾਨ ਪਾਣੀ ਵੀ ਫਸਲ ਨੂੰ ਜ਼ਿਆਦਾ ਦਿੰਦਾ ਹੈ। ਪਾਣੀ ਦੇਣ ਦੀ ਪ੍ਰਕਿਰਿਆ ਤੋਂ ਬਾਅਦ ਦਾ ਕੰਮ ਹੈ ਗੁਡਾਈ। ਅਸੀਂ ਦੇਖਿਆ ਹੋਣਾ ਹੈ ਕਿ ਜਦੋਂ ਅਸੀਂ ਖੇਤ ਵਿੱਚ ਜਾਂਦੇ ਹਾਂ, ਅਸੀਂ ਫਸਲ ਦੇ ਨਾਲ ਅਣਚਾਹੇ ਪੌਦੇ ਵੀ ਦੇਖਦੇ ਹਾਂ, ਜਿਹੜੇ ਬੇਲੋੜੇ ਪੌਦੇ ਹੁੰਦੇ ਆ, ਜਿਹੜੇ ਫਸਲ ਦੇ ਨਾਲ ਜ਼ਰੂਰੀ ਨਹੀਂ ਹੁੰਦੇ, ਉਹ ਵਾਲੇ ਪੌਦੇ ਉਗਾਉਂਦੇ ਆ। ਜਿਹੜੇ ਬੇਲੋੜੇ ਪੌਦੇ ਹੁੰਦੇ ਆ ਉਹ ਹੁੰਦੇ ਆ ਨਦੀਨ। ਫਸਲ ਦੇ ਨਾਲ ਉੱਗੇ ਬੇਲੋੜੇ ਪੌਦੇ ਨੂੰ ਅਸੀਂ ਨਦੀਨ ਕਹਿੰਦੇ ਹਾਂ। ਦ ਅਨਵਾਂਟਿਡ ਕ੍ਰੌਪਸ। ਨਦੀਨ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਵੀਡਸ ਕਹਿੰਦੇ ਆ। ਦੀ ਪ੍ਰੋਸੈਸ ਆਫ ਰਿਮੂਵਿੰਗ ਦਾ ਮਤਲਬ ਹੁੰਦਾ ਕੱਢਣਾ। ਵੀਡਸ ਫਰੋਮ ਦ ਫੀਲਡਸ ਜਾਂ ਫਿਰ ਫਰੋਮ ਦ ਕ੍ਰੌਪਸ is called weeding. The process of removing weeds ਹੁੰਦੇ ਆ ਨਦੀਨ, from the fields is called weeding. ਹੁਣ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਨਦੀਨਾਂ ਨੂੰ ਸਾਨੂੰ ਹਟਾਉਣ ਦਾ ਕਾਹਤੋਂ ਸਾਨੂੰ ਨਦੀਨਾਂ ਨੂੰ ਹਟਾਉਣਾ ਚਾਹੀਦਾ। ਇੱਕ ਤਾਂ ਨਦੀਨ ਜਿਹੜੇ ਹੁੰਦੇ ਆ ਉਹ ਜਿਹੜੇ ਫਸਲ ਦੇ ਨਾਲ ਨਾਲ ਮਿੱਟੀ 'ਚੋਂ ਪੋਸ਼ਕ ਤੱਤ ਲੈ ਲੈਂਦੇ ਆ। ਫਸਲ ਵੀ ਪੋਸ਼ਕ ਤੱਤ ਲੈ ਰਹੀ ਹੈ, ਨਦੀਨ ਵੀ ਪੋਸ਼ਕ ਤੱਤ ਲੈ ਰਹੀ ਹੈ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਮਿੱਟੀ ਵਿੱਚੋਂ ਪੋਸ਼ਕ ਤੱਤ ਨਦੀਨ ਜਿਹੜੇ ਖਤਮ ਕਰ ਰਹੇ ਆ। ਹੁਣ ਪਾਣੀ, ਕਿਸਾਨ ਨੇ ਸਿੰਚਾਈ ਦੁਆਰਾ ਪਾਣੀ ਵੀ ਦਿੱਤਾ, ਪਾਣੀ ਦੀ ਵੀ ਵਰਤੋਂ ਕਰ ਰਹੇ ਆ। ਸੂਰਜ ਦਾ ਪ੍ਰਕਾਸ਼ ਉਹਨਾਂ ਦੇ ਕਰਕੇ ਫਸਲ ਨੂੰ ਪੂਰਾ ਜਾ ਨਹੀਂ ਰਿਹਾ। ਇਸ ਕਰਕੇ ਨਦੀਨਾਂ ਨੂੰ ਸਾਨੂੰ ਸਾਫ਼ ਕਰਨਾ ਪੈਣਾ। ਨਦੀਨ ਇੱਕ ਤਾਂ ਪੋਸ਼ਕ ਤੱਤ, ਜ਼ਰੂਰੀ ਪੋਸ਼ਕ ਤੱਤ ਲੈ ਰਹੇ ਆ ਫਸਲ ਦੇ ਨਾਲ, ਪਾਣੀ ਵੀ ਲੈ ਰਹੇ ਆ, ਸੂਰਜ ਦਾ ਪ੍ਰਕਾਸ਼ ਵੀ ਲੈ ਰਹੇ। ਇਸ ਕਰਕੇ ਇਹਨਾਂ ਨੂੰ ਸਾਫ਼ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਨਦੀਨ ਜੇ ਜ਼ਿਆਦਾ ਹੋਣ ਨਾਲ ਅਤੇ ਜਦੋਂ ਕਟਾਈ ਦੇ ਸਮੇਂ, ਫਸਲ ਦੀ ਕਟਾਈ ਦੇ ਸਮੇਂ ਇਹ ਨਾਲ ਹੀ ਫਸਲ ਦੇ ਕੱਟ ਹੋ ਜਾਂਦੇ ਆ। ਫਿਰ ਕਟਾਈ ਵਿੱਚ ਵੀ ਇਹਦੇ ਨਾਲ ਦਿੱਕਤ ਆਉਂਦੀ ਆ। ਇਹਦੇ ਨਾਲ ਝਾੜ ਜਿਹੜਾ ਸਾਨੂੰ ਘੱਟ ਮਿਲਦਾ, ਫਸਲ ਦੇ ਨਾਲ ਉੱਗ ਜਾਂਦੇ ਆ, ਝਾੜ ਘੱਟ ਮਿਲਦਾ, ਫਸਲ ਘੱਟ ਮਿਲਦੀ ਹੈ, ਜ਼ਿਆਦਾ ਮਿਲਦੇ ਆ। ਇਸ ਕਰਕੇ ਇਹਨਾਂ ਨੂੰ ਹਟਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਨਦੀਨਾਂ ਨੂੰ ਹਟਾਉਣ ਦੇ ਲਈ ਨਦੀਨ ਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਿਸਾਨ ਦੁਆਰਾ ਨਦੀਨ ਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਜੇ ਕੁਐਸਚਨ ਆ ਗਿਆ ਕਿ ਨਦੀਨ ਨਾਸ਼ਕ ਕੀ ਹੁੰਦੇ ਹਨ, ਉਹ ਪਦਾਰਥ ਜਿਹੜੇ ਨਦੀਨਾਂ ਨੂੰ ਖਤਮ ਕਰਦੇ ਹਨ ਉਹਨਾਂ ਨੂੰ ਨਦੀਨ ਨਾਸ਼ਕ ਕਿਹਾ ਜਾਂਦਾ ਹੈ। ਕੁਝ ਨਦੀਨ ਨਾਸ਼ਕਾਂ ਦੇ ਮੈਂ ਨਾਮ ਦੱਸ ਦਿੰਦਾ। ਇੱਕ ਹੁੰਦਾ 2,4-D। ਇੱਕ ਹੋਰ ਦਾ ਨਾਮ ਦੱਸ ਦਿੰਦਾ, ਬੂਟਾ ਕਲੋਰੋ। ਇਹ ਕੁਝ ਨਦੀਨ ਨਾਸ਼ਕ ਹਨ ਜਿਨ੍ਹਾਂ ਦਾ ਉਪਯੋਗ ਕਿਸਾਨ ਆਪਣੇ ਖੇਤਾਂ ਵਿੱਚ ਕਰਦਾ ਹੈ ਤਾਂ ਕਿ ਜੋ ਨਦੀਨ ਜਿਹੜੇ ਸਾਫ਼ ਹੋ ਜਾਣ। ਅਗਲਾ ਕਾਰਜ ਕਿਸਾਨ ਦਾ ਹੁੰਦਾ ਹੈ ਵਾਢੀ। ਹੁਣ ਵਾਢੀ ਦਾ ਕੀ ਅਰਥ ਹੈ? ਹੁਣ ਖੇਤ ਦੀ ਕਟਾਈ ਨੂੰ ਵਾਢੀ ਕਹਿੰਦੇ। ਦ ਪ੍ਰੋਸੈਸ ਆਫ ਕਟਿੰਗ ਕ੍ਰੌਪਸ ਇਜ਼ ਕਾਲਡ ਹਾਰਵੈਸਟਿੰਗ। ਹਾਰਵੈਸਟਿੰਗ ਨੂੰ ਵਾਢੀ ਕਹਿੰਦੇ। ਹੁਣ ਸਾਡੇ ਦੇਸ਼ ਵਿੱਚ ਮੇਨਲੀ ਜਿਹੜੀ ਵਾਢੀ ਹੁੰਦੀ ਆ ਜਾਂ ਤਾਂ ਦਾਤੀ ਨਾਲ ਹੁੰਦੀ ਆ ਜਾਂ ਤਾਂ ਰਿਪਰ ਨਾਲ ਹੁੰਦੀ ਹੈ। ਸਭ ਤੋਂ ਪਹਿਲਾਂ ਖੇਤ ਦੀ ਕਟਾਈ ਕੀਤੀ ਜਾਂਦੀ ਹੈ, ਫਿਰ ਰਿਪਰ ਦੇ ਨਾਲ ਦਾਣਿਆਂ ਨੂੰ ਬਾਹਰ ਕੱਢਿਆ ਜਾਂਦਾ ਹੈ। ਜਦੋਂ ਫਸਲ ਦੇ ਵਿੱਚੋਂ ਅਸੀਂ ਦਾਣਿਆਂ ਨੂੰ ਬਾਹਰ ਕੱਢਦੇ ਹਾਂ ਉਸ ਪ੍ਰਕਿਰਿਆ ਨੂੰ ਅਸੀਂ ਕਹਿੰਦੇ ਹਾਂ ਗਹਾਈ। ਗਹਾਈ ਉਹ ਪ੍ਰਕਿਰਿਆ ਹੈ ਜਦੋਂ ਅਸੀਂ ਫਸਲ ਦੇ ਵਿੱਚੋਂ ਦਾਣੇ ਵੱਖ ਕਰ ਦਿੰਦੇ ਹਾਂ। ਫਸਲ ਵਿੱਚੋਂ ਦਾਣਿਆਂ ਨੂੰ ਵੱਖ ਕਰਨ ਦੀ ਪ੍ਰਕਿਰਿਆ ਨੂੰ ਗਹਾਈ ਕਹਿੰਦੇ ਹਨ। ਗਹਾਈ।
बस इत्थे तक बनाना। नदीन नूं अंग्रेजी भाषा विच वीड्स कहते हैं। द प्रोसैस ऑफ रिमूविंग का मतलब होंदा कढ़ना। वीड्स फ्रॉम द फील्ड्स या फिर फ्रॉम द क्रॉप्स इज कॉल्ड वीडिंग। द प्रोसैस ऑफ रिमूविंग वीड्स होंदे नदीन फ्रॉम द फील्ड्स इज कॉल्ड वीडिंग। हुण सानू ये पता होना चाहिए कि नदीनां नूं सानू हटाउण दा की काहतों सानू नदीनां नूं हटाउणा चाहिए। एक तो नदीन जिहड़े हुंदे आ वो जिहड़े फसल दे नाल नाल मिट्टी चों पोषक तत्व लै लैंदे आ। फसल भी पोषक तत्व लै रही है, नदीन भी पोषक तत्व लै रही है। इस दा मतलब तो ये होया कि मिट्टी विचों पोषक तत्व नदीन जिहड़े खत्म कर रहे हैं। हुण पानी किसान ने सिंचाई द्वारा पानी भी दिता, पानी की भी वरतों कर रहे हैं। सूरज का प्रकाश उन्हां दे करके फसल नूं पूरा जा नहीं रहा। इस करके नदीनां नूं सानूं साफ करना पैना। नदीन एक तो पोषक तत्व जरूरी पोषक तत्व लै रहे हैं फसल दे नालों, पानी भी लै रहे हैं, सूरज का प्रकाश भी लै रहे हैं। इस करके इन्हां नूं साफ करना बहुत ही ज़्यादा जरूरी है। नदीन जे ज़्यादा होने नाल ते जदों कटाई दे समय फसल की कटाई दे समय ये नाल ही फसल दे घट हो जाते हैं। फिर कटाई विच भी इहदे नाल दिक्कत आउंदी है। इहदे नाल झाड़ जिहड़ा सानूं घट मिलदा, फसल दे नाल उग जाते हैं, झाड़ घट मिलदा, फसल घट मिलती है, ज़्यादा मिलते हैं। इस करके इन्हूं हटाउणा बहुत ही ज़्यादा जरूरी है। नदीनां नूं हटाउण दे लई नदीन नाशकां की वरतों की जाती है। किसान द्वारा नदीन नाशकां की वरतों की जाती है। हुण जे क्वेश्चन आ गया कि नदीन नाशक की होंदे हन, वो पदार्थ जिहड़े नदीनां नूं खत्म करते हैं उन्हां नूं नदीन नाशक कहा जाता है। कुछ नदीन नाशकां दे मैं नाम दस दिना। एक हुंदा 2,4-D, एक होर दा नाम दस दिना बूटा क्लोरो। ये कुछ नदीन नाशक हैं जिन्हां दा उपयोग किसान अपने खेतों में करता है ताकि जो नदीन जिहड़े साफ हो जाए। अगला कार्य किसान का हुंदा है वाढी। हुण वाढी का की अर्थ है? हुण खेत की कटाई नूं वाढी कहते हैं। द प्रोसैस ऑफ कटिंग क्रॉप्स इज कॉल्ड हारवैसटिंग। हारवैसटिंग नूं वाढी कहते हैं। हुण साडे देश विच मेनली जिहड़ी वाढी हुंदी आ जां तां दाती नाल हुंदी आ या तो रिपर नाल हुंदी है। सब तो पहला खेत की कटाई की जाती है, फिर रिपर दे नाल दाणिਆਂ ਨੂੰ बाहर कढ़िया जाता है। जदों फसल दे विचों असीं दाणिਆਂ ਨੂੰ बाहर कढ़दे हां उस प्रक्रिया ਨੂੰ असीं कहने आ गहाई। गहाई वो प्रक्रिया है जदों असीं फसल दे विचों दाणे वख कर दिंदे हां। फसल विचों दाणिਆਂ ਨੂੰ ਵੱਖ ਕਰਨ ਦੀ प्रक्रिया ਨੂੰ गहाई कहते हैं। गहाई अजकल जिहड़ी वाढी आ वो कंबाइनां दे थ्रू करवाउण लग पिया किसान। कंबाइन ये वैसे तो अंग्रेजी भाषा का शब्द है। कंबाइन, कंबाइन का मतलब होंदा जोड़ना। कंबाइन का अर्थ है कि ये कटर भी होंदा, ये थ्रैशर भी होंदा। हुण इन्हां दोनों वर्ड्स बारे असीं गल करते हैं। कंबाइन विच कटर भी होंदा, ये थ्रैशर भी होंदा। कंबाइन जिहड़ी आ एक मशीन आ, वो पहला फसल नूं कटदी आ, कटर लगा, फिर उन्होंने थ्रैश कर दिया। हुण थ्रैश की होंदा मतलब फसल दे विचों दाणे बाहर कढ़ना, उन्होंने कहते थ्रैशिंग। जिहड़ा गहाई असीं पिछे ही पढ़िया है।
द प्रोसैस ऑफ रिमूविंग ग्रेन्स हुंदा दाणे फ्रॉम चाफ की हुंदी है जिहड़ी अपनी फसल जिहड़े छिट्टे हुंदे आ ਉਹਦੇ ਵਿੱਚੋਂ ਜਿਹਦੇ ਵਿੱਚੋਂ ਅਸੀਂ ਬਾਹਰ ਕੱਢਦੇ ਹਾਂ ਉਹਨੂੰ ਚਾਫ ਕਹਿੰਦੇ ਆ। ਦ ਪ੍ਰੋਸੈਸ ਆਫ ਰਿਮੂਵਿੰਗ ਗ੍ਰੇਨਸ ਫਰੋਮ ਚਾਫ ਇਜ਼ ਕਾਲਡ ਥ੍ਰੈਸ਼ਿੰਗ। ਕੰਬਾਈਨ ਇਹਨੂੰ ਇਸ ਕਰਕੇ ਕਿਹਾ ਗਿਆ ਕਿਉਂਕਿ ਇਹਦੇ ਵਿੱਚ ਦੋ ਚੀਜ਼ਾਂ ਕੰਬਾਈਨ ਹੁੰਦੀਆਂ। ਪਹਿਲਾਂ ਫਸਲ ਨੂੰ ਕੱਟਿਆ ਜਾਂਦਾ, ਇਸ ਕਰਕੇ ਕਟਰ ਲੱਗਾ ਉਹਦੇ ਵਿੱਚ, ਕਟਰ ਦੇ ਨਾਲ ਉਹਦੇ ਥ੍ਰੈਸ਼ਰ ਵੀ ਹੈਗਾ, ਮੀਨਸ ਉਹ ਫਸਲ ਵਿੱਚੋਂ ਦਾਣੇ ਵੀ ਬਾਹਰ ਕੱਢ ਦਿੰਦਾ। ਦੋ ਕੰਮ ਹੋ ਰਹੇ ਕੰਬਾਈਨ ਦੇ ਨਾਲ, ਇਸ ਕਰਕੇ ਇਹਨੂੰ ਕੰਬਾਈਨ ਕੰਬੀਨੇਸ਼ਨ ਵਰਡ ਤੋਂ, ਠੀਕ ਹੈ। ਵਾਢੀ ਕਰਨ ਤੋਂ ਬਾਅਦ ਦਾਣੇ ਕੱਢਣ ਤੋਂ ਬਾਅਦ ਇਸ ਤੋਂ ਜਿਹੜਾ ਵੱਡਾ ਕਾਰਜ, ਮਹੱਤਵਪੂਰਨ ਕਾਰਜ ਹੈ ਇਸ ਦਾ ਭੰਡਾਰਨ, ਸਟੋਰੇਜ, ਇਹਦੀ ਸਾਂਭ ਸੰਭਾਲ ਕਿੱਥੇ ਕੀਤੀ ਜਾ ਸਕਦੀ ਹੈ। ਹੁਣ ਜਦੋਂ ਵਾਢੀ ਹੁੰਦੀ ਹੈ, ਦਾਣੇ ਅਸੀਂ ਬਾਹਰ ਕੱਢ ਲੈਂਦੇ ਹਾਂ, ਉਹਦੇ ਹੁੰਦੀ ਜਿਹੜੇ ਦਾਣੇ ਆ ਸਾਡੇ ਉਹ ਹੁੰਦੇ ਸਿੱਲੇ, ਉਹਦੇ ਵਿੱਚ ਨਮੀ ਹੁੰਦੀ ਹੈ, ਠੀਕ ਹੈ। ਉਹ ਨਮੀ ਦੇ ਕਾਰਨ ਉਹਦੇ ਉੱਤੇ ਕਈ ਤਰ੍ਹਾਂ ਦੇ ਸੂਖਮ ਜੀਵ ਜਿੱਦਾਂ ਉੱਲੀ ਲੱਗ ਸਕਦੀ ਹੈ ਅਤੇ ਦਾਣੇ ਸਾਡੇ ਖਰਾਬ ਹੋ ਸਕਦੇ ਆ। ਇਸ ਕਰਕੇ ਇਹਨਾਂ ਦਾ ਭੰਡਾਰਨ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਕਿਸਾਨ ਕੀ ਕਰਦਾ, ਇਹਨਾਂ ਨੂੰ ਵੱਡੀਆਂ ਵੱਡੀਆਂ ਬੋਰੀਆਂ ਦੇ ਵਿੱਚ ਪਾ ਕੇ ਸਟੋਰਾਂ ਵਿੱਚ ਸਿੱਟ ਦਿੰਦਾ। ਸਟੋਰ ਦੇ ਵਿੱਚ ਕੀ ਹੁੰਦਾ, ਉੱਥੇ ਠੰਡਾ ਹੁੰਦਾ, ਸੂਖਮ ਜੀਵਾਂ ਦਾ ਉੱਥੇ ਅਸਰ ਨਹੀਂ ਕਰਦਾ। ਇਹਨਾਂ ਨੂੰ ਵੱਡੀਆਂ ਵੱਡੀਆਂ ਮੰਡੀਆਂ ਦੇ ਵਿੱਚ ਜਾ ਕੇ ਭੰਡਾਰਨ ਕਰਵਾ ਦਿੰਦੇ ਆ, ਠੀਕ ਹੈ। ਇੱਕ ਵਾਰ ਅਸੀਂ ਫਿਰ ਇਹਦੀ ਦੁਹਰਾਈ ਕਰ ਲੈਣੀ ਖੇਤੀਬਾੜੀ ਪੱਧਤੀਆਂ ਦੀ। ਸਭ ਤੋਂ ਪਹਿਲਾਂ ਅਸੀਂ ਗੱਲ ਕੀਤੀ ਖੇਤ ਜਾਂ ਭੂਮੀ ਦੀ ਤਿਆਰੀ। ਅਸੀਂ ਇੱਥੇ ਕੀ ਕੀਤਾ, ਖੇਤ ਨੂੰ ਤਿਆਰ ਕੀਤਾ, ਮਿੱਟੀ ਨੂੰ ਪੋਲਾ ਕੀਤਾ। ਦੂਸਰੇ ਨੰਬਰ ਤੇ ਆ ਪੋਲਾ ਕਰਨ ਤੋਂ ਬਾਅਦ ਉੱਥੇ ਬੀਜ ਬੀਜੇ, ਬੀਜ ਬੀਜਣ ਤੋਂ ਬਾਅਦ ਫਸਲ ਉੱਗੀ, ਫਿਰ ਉਸ ਨੂੰ ਅਸੀਂ ਕੀ ਪਾਈ, ਖਾਦ ਪਾਈ। ਖਾਦ ਪਾਉਣ ਤੋਂ ਬਾਅਦ ਅੱਛਾ ਇੱਕ ਮੇਨ ਸਾਡਾ ਰਹਿ ਗਿਆ, ਇਸ ਵਿੱਚ ਇੱਕ ਜਿਹੜਾ ਰਹਿ ਗਿਆ ਸੀਗਾ, ਖਾਦ ਜਿਹੜੀ ਦੋ ਤਰ੍ਹਾਂ ਦੀ ਹੁੰਦੀ ਆ, ਇੱਕ ਹੁੰਦੀ ਹੈ ਰੂੜੀ ਖਾਦ, ਇੱਕ ਹੁੰਦੀ ਹੈ ਰਸਾਇਣਿਕ ਖਾਦ। ਰੂੜੀ ਖਾਦ ਨੂੰ ਅੰਗਰੇਜ਼ੀ ਭਾਸ਼ਾ 'ਚ ਮੈਨਿਓਰ ਕਹਿੰਦੇ ਆ, ਰਸਾਇਣਿਕ ਖਾਦ ਕੈਮੀਕਲ ਫਰਟੀਲਾਈਜ਼ਰਸ। ਰੂੜੀ ਖਾਦ ਕਾਰਬਨਿਕ ਹੁੰਦੀ ਹੈ, ਦੋਨਾਂ ਵਿੱਚ ਹੁਣ ਅੰਤਰ ਵੀ ਕਰ ਲੈਂਦੇ ਹਾਂ, ਸਮਝ ਵੀ ਲੈਂਦੇ ਹਾਂ ਇਹਨੂੰ। ਕਾਰਬਨਿਕ ਦਾ ਅਰਥ ਹੈ ਜਦੋਂ ਪੌਦਿਆਂ ਦਾ ਕੋਈ ਰਹਿੰਦ ਖੂੰਹਦ ਰਹਿ ਜਾਂਦੀ ਆ, ਉੱਤੇ ਸੂਖਮ ਜੀਵ ਅਸਰ ਕਰਦੇ ਆ ਜਦੋਂ, ਅਤੇ ਉਹਦੇ ਵਿੱਚੋਂ ਜਦੋਂ ਪੋਸ਼ਕ ਤੱਤ ਬਾਹਰ ਨਿਕਲ ਜਾਂਦੇ ਆ, ਉਹ ਜਿਹੜੇ ਪੋਸ਼ਕ ਤੱਤ ਹੁੰਦੇ ਆ ਉਹੀ ਰੂੜੀ ਖਾਦ ਹੁੰਦੀ ਹੈ ਸਾਡੀ। ਅਤੇ ਆਹ ਵਾਲੀ ਜਿਹੜੀ ਹੁੰਦੀ ਆ ਰਸਾਇਣਿਕ ਖਾਦ, ਇਹ ਜ਼ਿਆਦਾ ਇਨਆਰਗੈਨਿਕ ਸਾਲਟ ਹੁੰਦੇ ਆ ਜਿਹੜੇ ਅਕਾਰਬਨਿਕ, ਇਹਨੂੰ ਕੀ ਲਿਖ ਸਕਦੇ ਆ, ਅਕਾਰਬਨਿਕ ਇਨਆਰਗੈਨਿਕ ਸਾਲਟ। ਉਹ ਇਨਆਰਗੈਨਿਕ ਲੂਣਾਂ ਤੋਂ ਬਣੀ ਹੁੰਦੀ ਹੈ। ਇਹ ਜਿਹੜੀ ਖਾਦ ਆ ਖੁੱਲ੍ਹੀ ਜਗ੍ਹਾ 'ਤੇ ਤਿਆਰ ਹੁੰਦੀ ਹੈ। ਰੂੜੀ ਖਾਦ ਖੁੱਲ੍ਹੀ ਜਗ੍ਹਾ ਕੋਈ ਖੇਤ ਹੋ ਸਕਦਾ, ਹੋਰ ਕੋਈ ਵੱਡੀ ਜਗ੍ਹਾ ਹੋ ਸਕਦੀ ਹੈ, ਪਰ ਇਹ ਜਿਹੜੀ ਖਾਦ ਆ ਇਹ ਫੈਕਟਰੀਆਂ ਤਿਆਰ ਹੁੰਦੀ ਹੈ। ਜਿਹੜੀ ਰਸਾਇਣਿਕ ਖਾਦ ਹੁੰਦੀ ਆ ਉਹ ਫੈਕਟਰੀਆਂ ਤਿਆਰ ਹੁੰਦੀ ਹੈ। ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਰੂੜੀ ਖਾਦ ਖੁੱਲ੍ਹੀ ਜਗ੍ਹਾ 'ਤੇ ਤਿਆਰ ਹੁੰਦੀ ਹੈ, ਖੁੱਲ੍ਹੀ ਜਗ੍ਹਾ ਖੇਤ ਪਹਿਲਾਂ ਦੱਸਿਆ, ਇਹ ਫੈਕਟਰੀਆਂ ਤਿਆਰ ਹੁੰਦੀ ਹੈ। ਰੂੜੀ ਖਾਦ ਜਿਹੜੀ ਆ ਫਸਲ ਨੂੰ ਮੱਲੜ ਪ੍ਰਦਾਨ ਕਰਦੀ ਹੈ। ਮੱਲੜ ਹੁਣ ਪਹਿਲਾਂ ਹੀ ਦੱਸਿਆ ਸੀਗਾ ਤੁਹਾਨੂੰ। ਮੱਲੜ ਹੁੰਦਾ ਆ ਜਦੋਂ ਪੌਦਿਆਂ ਦੇ ਰਹਿੰਦ ਖੂੰਹਦ ਵਿੱਚੋਂ ਸੂਖਮ ਜੀਵ ਅਸਰ ਕਰਕੇ ਉਹਨਾਂ ਨੂੰ ਅਪਘਟਨ ਕਰਕੇ, ਅਪਘਟਨ ਦਾ ਮਤਲਬ ਡੀਕੰਪੋਜ਼ ਕਰਕੇ ਜਿਹੜੇ ਪੋਸ਼ਕ ਤੱਤ ਬਚਦੇ ਆ ਉਹਨੂੰ ਕਹਿੰਦੇ ਅਸੀਂ ਮੱਲੜ। ਇਹ ਮੱਲੜ ਪ੍ਰਦਾਨ ਕਰਦੀ ਹੈ, ਇਹ ਮੱਲੜ ਨਹੀਂ ਪ੍ਰਦਾਨ ਕਰਦੀ। ਮੱਲੜ ਨੂੰ ਅਸੀਂ ਕਹਿੰਦੇ ਹਿਊਮਸ, ਅੰਗਰੇਜ਼ੀ ਭਾਸ਼ਾ 'ਚ ਕਹਿੰਦੇ ਅਸੀਂ ਇਹਨੂੰ ਹਿਊਮਸ। ਜਿਹੜੀ ਰੂੜੀ ਖਾਦ ਹੁੰਦੀ ਆ ਉਹ ਪੌਦਿਆਂ ਦੇ ਪੋਸ਼ਕ ਤੱਤ ਹੁੰਦੇ ਮੇਨਲੀ, ਅਤੇ ਰਸਾਇਣਿਕ ਖਾਦ ਵਿੱਚ ਹੁੰਦਾ ਆ ਪੋਟਾਸ਼ੀਅਮ, ਫਾਸਫੋਰਸ, ਸਿੰਪਲ ਲਿਖ ਦਿੰਦਾ ਮੈਂ, ਫਾਸਫੋਰਸ, ਅਤੇ ਨਾਈਟ੍ਰੋਜਨ ਦੇ ਪਦਾਰਥ। ਅਤੇ ਕਿਹੜੇ? ਨਾਈਟ੍ਰੋਜਨ ਦੇ ਪਦਾਰਥ।
ਇਹ ਕੁਐਸਚਨ ਪੇਪਰ ਵਿੱਚ ਆ ਜਾਂਦਾ, ਰੂੜੀ ਖਾਦ ਅਤੇ ਰਸਾਇਣਿਕ ਖਾਦ ਵਿੱਚ ਅੰਤਰ ਦੱਸੋ। ਇਹਦੇ ਵਿੱਚ ਕਹਿ ਸਕਦੇ ਇਹ ਕਾਰਬਨਿਕ ਖਾਦ ਹੈ, ਇਹ ਕੀ ਹੈ ਅਕਾਰਬਨਿਕ। ਇਹ ਖੁੱਲੀ ਜਗ੍ਹਾ ਤੇ ਤਿਆਰ ਹੁੰਦੀ ਹੈ, ਇਹ ਫੈਕਟਰੀਆਂ ਤਿਆਰ ਹੁੰਦੀ ਹੈ। ਇਹ ਫਸਲ ਨੂੰ ਮੱਲੜ ਪ੍ਰਦਾਨ ਕਰਦੀ ਹੈ, ਇਹ ਫਸਲ ਨੂੰ ਮੱਲੜ ਨਹੀਂ ਪ੍ਰਦਾਨ ਕਰਦੀ। ਇਹ ਪੌਦਿਆਂ ਦੇ ਪੋਸ਼ਕ ਤੱਤ ਹੁੰਦੇ ਹਨ। ਇਹ ਮੇਨਲੀ ਹੁੰਦੇ ਆ ਪੋਟਾਸ਼ੀਅਮ, ਫਾਸਫੋਰਸ, ਨਾਈਟ੍ਰੋਜਨ ਦੇ ਪਦਾਰਥ। ਇਹ ਕੁਐਸਚਨ ਤੁਹਾਡਾ ਇਹਦੇ ਵਿੱਚੋਂ ਕਵਰ ਹੋ ਜਾਣਾ। ਇਹ ਕੁਐਸਚਨ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਅਗਲੀ ਅਸੀਂ ਗੱਲ ਕੀਤੀ ਸੀ ਸਿੰਚਾਈ। ਫਸਲ ਨੂੰ ਪਾਣੀ ਦੇਣ ਦੀ ਪ੍ਰਕਿਰਿਆ ਨੂੰ ਸਿੰਚਾਈ ਕਹਿੰਦੇ ਹਨ। ਫਿਰ ਅਸੀਂ ਗੱਲ ਕੀਤੀ ਸੀ ਕਿ ਗੋਡੀ ਦੀ। ਗੋਡੀ ਕੀ ਹੁੰਦਾ ਸੀਗਾ? ਨਦੀਨਾਂ ਨੂੰ ਬਾਹਰ ਕੱਢਣਾ, ਬੇਲੋੜੇ ਪੌਦਿਆਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਗੋਡੀ ਕਹਿੰਦੇ ਹਨ। ਪ੍ਰੋਸੈਸ ਆਫ ਰਿਮੂਵਿੰਗ ਅਨਵਾਂਟਡ ਕ੍ਰੌਪਸ ਇਜ਼ ਕਾਲਡ ਵੀਡਿੰਗ। ਗੋਡੀ ਨੂੰ ਵੀਡਿੰਗ ਵੀ ਕਹਿੰਦੇ ਸੀਗੇ। ਅਗਲੀ ਆਈ ਸੀਗੀ ਸਾਡੀ ਗੱਲ ਵਾਢੀ ਦੀ। ਵਾਢੀ ਕੀ ਹੁੰਦਾ? ਫਸਲ ਨੂੰ ਕੱਟਣਾ। ਫਸਲ ਨੂੰ ਕੱਟਣ ਦੀ ਪ੍ਰਕਿਰਿਆ ਨੂੰ ਅਸੀਂ ਕੀ ਕਹਿੰਦੇ ਸੀਗੇ? ਵਾਢੀ। ਪ੍ਰੋਸੈਸ ਆਫ ਕਟਿੰਗ ਦਾ ਕ੍ਰੌਪਸ ਇਜ਼ ਕਾਲਡ ਹਾਰਵੈਸਟਿੰਗ। ਹਾਰਵੈਸਟਿੰਗ ਨੂੰ ਵਾਢੀ ਕਹਿੰਦੇ ਸੀਗੇ। ਅਗਲਾ ਸਾਡਾ ਕੰਮ ਸੀਗਾ ਭੰਡਾਰਨ ਦਾ। ਸੂਖਮ ਜੀਵਾਂ ਦੇ ਅਸਰ ਤੋਂ ਬਚਾਉਣ ਲਈ ਜਦੋਂ ਫਸਲ ਤਾਜ਼ਾ ਹੁੰਦੀ ਹੈ ਉਹਦੇ ਵਿੱਚ ਨਮੀ ਹੁੰਦੀ ਹੈ ਅਤੇ ਸੂਖਮ ਜੀਵ ਉੱਤੇ ਅਸਰ ਕਰ ਸਕਦੇ ਆ ਅਤੇ ਉਸ ਦਾ ਭੰਡਾਰਨ ਕਰਨਾ ਜ਼ਰੂਰੀ ਸੀਗਾ। ਉਸ ਨੂੰ ਅਸੀਂ ਬੋਰੀਆਂ 'ਚ ਪਾ ਕੇ ਸਟੋਰਾਂ ਜਾਂ ਮੰਡੀਆਂ ਵਿੱਚ ਰੱਖ ਦਿੰਦੇ ਸੀ। ਠੀਕ ਹੈ, ਡੈਟਸ ਆਲ, ਥੈਂਕ ਯੂ।